ਫਰੀਦਕੋਟ ਨੂੰ ਕੀ ਕੁਝ ਦੇ ਸਕਿਓ? ਤੁਹਾਡੇ ਦਿਮਾਗ 'ਚ ਪਹਿਲਾਂ ਵੀ ਰਣਨੀਤੀ ਹੋ ਕਿ ਫਿਰ ਫਰੀਦਕੋਟ ਨੂੰ ਕੀ ਕੁਝ ਦੇਣਾ ਹੈ? ਜਿੰਨੀ ਪਿੰਡਾਂ ਵਿੱਚ ਐਤਕੀ ਡਿਵੈਲਪਮੈਂਟ ਹੋਈ ਹੈ ਕਦੀ ਨਹੀਂ ਹੋਈ। ਜਾ ਕੇ ਸਕੂਲ ਦੇਖੋ, ਜਿਹੜਾ ਜ਼ਰੂਰੀ ਅੰਗ ਹੈ ਪਿੰਡਾਂ ਦਾ ਜਾਂ ਸ਼ਹਿਰ ਦਾ। ਦੋ ਤਿੰਨ ਇਸ਼ੂਆਂ ਤੇ ਕੈਪਟਨ ਸਾਹਿਬ ਪੈਰ ਘੜੀਸ ਰਹੇ ਸੀ, ਉਹ ਕਾਰਵਾਈ ਨਹੀਂ ਕਰਨਾ ਚਾਹੁੰਦੇ ਸੀ। ਉਹਨਾਂ 'ਚੋਂ ਇੱਕ ਇਹ ਸੀ ਕਿ ਜਿਹੜੇ ਨਸ਼ੇ ਦੇ ਵੱਡੇ ਤਸਕਰ ਹੈ ਉਹਨਾਂ ਨੂੰ ਹੱਥ ਪਾ ਕੇ ਕੈਪਟਨ ਸਾਹਿਬ ਰਾਜੀ ਨਹੀਂ ਸੀ। ਕੇਜਰੀਵਾਲ ਸਾਹਿਬ ਨੇ ਗੋਡੇ ਟੇਕ ਕੇ ਬਿਕਰਮ ਮਜੀਠੀਆ ਤੋਂ ਹੱਥ ਬੰਨ੍ਹ ਕੇ ਚਿੱਠੀ ਲਿਖ ਕੇ ਮਾਫੀ ਮੰਗੀ। ਜਦੋਂ ਮੈਂ ਅਕਾਲੀ ਦਲ 'ਚ ਰਿਹਾ ਉਦੋਂ ਬਿਕਰਮਜੀਤ ਸਿੰਘ ਮਜੀਠੀਆ ਕੋਲ ਏਡੇ ਵੱਡੇ ਅਹੁਦੇ ਹੈ ਨਹੀਂ ਸੀ, ਠੀਕ ਹੈ। ਅਤੇ ਮੈਂ ਅਕਾਲੀ ਦਲ ਸਿਰਫ ਇਸ ਕਰਕੇ ਛੱਡਿਆ ਸੀ ਕਿਉਂਕਿ ਮੈਂ ਦੇਖ ਲਿਆ ਸੀ ਕਿ ਮੇਰੇ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਸੋਚ ਨਾਲ ਚੱਲਿਆ ਨਹੀਂ ਜਾਣਾ। ਨੈਗੇਟਿਵ ਪੋਲੀਟਿਕਸ ਨੂੰ ਵਰਤ ਕੇ ਇਹ ਵੋਟ ਲੈਣਾ ਚਾਹੁੰਦੇ। ਮੈਂ ਪੋਜ਼ਿਟਿਵ ਗੱਲ ਕਰ ਰਿਹਾ, ਮੈਂ ਆਪਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਿਹਾ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਹੁਣ 2022 ਦੇ ਇਲੈਕਸ਼ਨਾਂ ਨੂੰ ਲੈ ਕੇ ਲਗਾਤਾਰ ਹਰ ਇੱਕ ਲੀਡਰ, ਹਰ ਇੱਕ ਪਾਰਟੀ ਇਸ ਜ਼ੋਰ ਦੇ ਵਿੱਚ ਹੈ ਜਾਂ ਕਹਿ ਲਓ ਕਿ ਇਸ ਜੋਸ਼ ਦੇ ਵਿੱਚ ਹੈ ਕਿ ਲੋਕਾਂ ਤੱਕ ਅਪਰੋਚ ਕਿਹੜੇ ਤਰੀਕੇ ਦੇ ਨਾਲ ਬਣਾਈ ਜਾਵੇ। ਦੇਖੋ, ਦੋ ਤਰੀਕੇ, ਇੱਕ ਤਾਂ ਜਾਂ ਜਿਹੜੇ ਸਿਟਿੰਗ ਐਮਐਲਏ ਆ ਉਹਨਾਂ ਨੇ ਬਹੁਤ ਸਾਰੇ ਕੰਮ ਹੀ ਇੰਨੇ ਕਰਵਾਤੇ ਹੋਣ ਲੋਕਾਂ ਦੇ ਕਿ ਲੋਕਾਂ ਨੂੰ ਦੁਬਾਰਾ ਯਾਦ ਕਰਵਾਉਣ ਦੀ ਜ਼ਰੂਰਤ ਨਾ ਰਹੇ, ਅਤੇ ਦੂਜਾ ਜਿਹਦੇ ਨਹੀਂ ਹੋਏ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ, ਉਹ ਲੋਕਾਂ ਨੂੰ ਇਹ ਅਪੀਲਾਂ ਕਰਨਗੇ ਕਿ ਦੇਖੋ ਸਾਨੂੰ ਇਸ ਵਾਰੀ ਮੌਕਾ ਦਿਓ। ਜਾਣੀ ਇਹ ਵੱਖ-ਵੱਖ ਤਰੀਕੇ। ਪਰ ਸਿਟਿੰਗ ਵਿਧਾਇਕ ਜਿਹੜੇ ਸੱਤਾ ਧਿਰ ਪਾਰਟੀ ਦੇ ਨਾਲ ਵੀ ਜੁੜੇ ਹੋਣ ਔਰ ਉਹ ਸਿਟਿੰਗ ਵਿਧਾਇਕ ਹੋਣ, ਲੋਕਾਂ ਨੂੰ ਉਮੀਦ ਵੱਧ ਜਾਂਦੀ ਹੈ ਕਿ ਤੁਹਾਡੇ ਕੋਲੇ ਪਾਵਰ ਵੀ ਹੈ, ਤੁਹਾਡੇ ਤੋਂ ਅਸੀਂ ਕੰਮ ਜ਼ਿਆਦਾ ਕਰਵਾ ਸਕਦੇ ਹਾਂ ਜਾਂ ਬਾਕੀ ਵਿਧਾਇਕਾਂ ਤੋਂ ਵੱਧ ਹੋਣੇ ਚਾਹੀਦੇ ਸੀ। ਮੈਂ ਇਸ ਵੇਲੇ ਹਲਕਾ ਫਰੀਦਕੋਟ ਦੇ ਵਿੱਚ ਹਾਂ। ਮੇਰੇ ਨਾਲ ਫਰੀਦਕੋਟ ਦੇ ਵਿਧਾਇਕ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਨੇ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਉਹਨਾਂ ਦੇ ਸਲਾਹਕਾਰ ਵੀ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ। ਹੁਣ ਜਿਸ ਤਰੀਕੇ ਦੇ ਸਰਕਮਸਟਾਂਸਸ ਬਦਲ ਰਹੇ ਆ, ਜਿਸ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਲਗਾਤਾਰ ਨਿਗਾਰ ਚੜਾਵ ਆ ਰਿਹਾ ਹੈ, ਤਾਂ ਉਹ ਵੀ ਨਾਲ ਅਸੀਂ ਚਰਚਾ ਕਰਾਂਗੇ। ਤਾਂ ਖਾਸ ਕਰਕੇ ਫਰੀਦਕੋਟ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸੱਤਾ ਦੇ ਵਿੱਚ ਰਹਿੰਦਿਆਂ ਔਰ ਡਬਲ ਪਾਵਰ ਹੁੰਦਿਆਂ ਕਿੰਨਾ ਕੁ ਫਰੀਦਕੋਟ ਨੂੰ ਦੇ ਸਕੇ ਨੇ। ਢਿੱਲੋਂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਮਿਹਰਬਾਨੀ ਜੀ, ਥੈਂਕ ਯੂ। ਢਿੱਲੋਂ ਸਾਹਿਬ, ਦੋ ਪਾਵਰਾਂ ਰਹੀਆਂ ਤੁਹਾਡੇ ਕੋਲੇ, ਵਿਧਾਇਕ ਤਾਂ ਤੁਸੀਂ ਸੀ, ਤੁਸੀਂ ਸਲਾਹਕਾਰ ਵੀ ਬਣੇ ਔਰ ਉਹਨੂੰ ਆਪਾਂ ਡਬਲ ਪਾਵਰ ਦੇ ਵਿੱਚ ਲੈ ਲੈਂਦੇ ਹਾਂ। ਤੁਸੀਂ ਇਕੱਲੇ ਵਿਧਾਇਕ ਰਹਿੰਦੇ ਜਾਂ ਫਿਰ ਡਬਲ ਪਾਵਰ ਰਹਿੰਦੇ ਆ, ਫਰੀਦਕੋਟ ਨੂੰ ਕੀ ਕੁਝ ਦੇ ਸਕਿਓ? ਤੁਹਾਡੇ ਦਿਮਾਗ 'ਚ ਪਹਿਲਾਂ ਵੀ ਰਣਨੀਤੀ ਹੋ ਕਿ ਫਿਰ ਫਰੀਦਕੋਟ ਨੂੰ ਕੀ ਕੁਝ ਦੇਣਾ ਹੈ, ਕੀ ਉਹ ਦੇ ਸਕੇ ਜਾਂ ਕਰਵਾ ਸਕੇ? ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਇਕੱਲਾ ਇੱਕ ਵਿਧਾਇਕ ਹੀ ਹਾਂ, ਕੋਈ ਡਬਲ ਪਾਵਰ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰ ਸਾਨੂੰ ਸਲਾਹਕਾਰ ਅਪਾਇੰਟ ਕੀਤਾ ਸੀ, ਅਤੇ ਪਰ ਉਹ ਗਵਰਨਰ ਪੰਜਾਬ ਨੇ ਉਸ ਬਿੱਲ 'ਤੇ ਸਹਿਮਤੀ ਨਹੀਂ ਪ੍ਰਗਟ ਕੀਤੀ ਸੀ। ਸੋ ਇਸ ਕਰਕੇ ਨਾ ਅਸੀਂ ਸਲਾਹਕਾਰ ਬਣ ਸਕੇ ਅਤੇ ਨਾ ਅਸੀਂ ਸਲਾਹਕਾਰ ਦਾ ਰੋਲ ਅਪਣਾ ਸਕੇ ਅਤੇ ਨਾ ਹੀ ਸਾਡੇ ਕੋਲ ਸਲਾਹਕਾਰ ਵਾਲੀ ਸ਼ਕਤੀ ਆਈ ਹੈ। ਸੋ ਮੈਂ ਸਮਝਦਾ ਕਿ ਮੈਂ ਇੱਕ ਐਜ਼ ਅ ਵਿਧਾਇਕ ਰਿਹਾ 5 ਸਾਲ ਅਤੇ ਐਜ਼ ਅ ਵਿਧਾਇਕ ਕੰਮ ਕੀਤੇ ਹੈ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਮੈਨੂੰ ਗਿਲਾ ਕੋਈ ਨਹੀਂ ਕਿ ਇਹਨਾਂ 50 ਸਾਲਾਂ ਵਿੱਚ ਚਾਹੇ ਕੈਪਟਨ ਸਾਹਿਬ ਦੀ ਸਰਕਾਰ ਸੀ ਅਤੇ ਚਾਹੇ ਚੰਨੀ ਸਾਹਿਬ ਦੀ ਸਰਕਾਰ ਹੈ, ਬਹੁਤ ਮਿਹਨਤ ਕਰਕੇ, ਕੰਮਾਂ ਦੀ ਪੈਰਵਾਈ ਕਰਕੇ, ਕੰਮਾਂ ਦੇ ਪਿੱਛੇ ਮੈਂ ਫਿਰ ਤੁਰ ਕੇ ਮੈਂ ਆਪਣੇ ਹਲਕੇ ਵਿੱਚ ਮੈਕਸੀਮਮ ਜਿਹੜੇ ਪਿਛਲੇ 20-25 ਸਾਲਾਂ ਦੇ ਕੰਮ ਲਮਕ ਰਹੇ ਸੀ ਉਹ ਕਰਾ ਸਕਿਆ। ਅਤੇ ਨਾਲੇ ਜਿੰਨੇ ਕੰਮ ਪਿਛਲੇ 20-25 ਸਾਲਾਂ ਤੋਂ ਹੋ ਨਹੀਂ ਸਕੇ ਸੀ ਜਾਂ ਜਿੰਨੇ ਪੈਸੇ ਇਹਨਾਂ 50 ਸਾਲਾਂ 'ਚ ਮੇਰੇ ਹਲਕੇ 'ਚ ਮੈਂ ਲੈ ਕੇ ਆਏ ਹਾਂ, ਇੰਨੇ ਪੈਸੇ ਪਿਛਲੇ 20-25 ਸਾਲਾਂ 'ਚ ਆਏ ਨਹੀਂ ਸੀ। ਸੋ ਮੈਂ ਸਿਰਫ ਉਹਨਾਂ ਕੰਮਾਂ ਦੀ ਗੱਲ ਕਰ ਰਿਹਾ ਜਿਹੜੇ ਜਾਂ ਤਾਂ ਕੰਪਲੀਟ ਹੋ ਚੁੱਕੇ ਆ ਅਤੇ ਜਾਂ ਜਿਹੜੇ 80% 90% ਕੰਪਲੀਟ ਹੋ ਚੁੱਕੇ ਆ, 5-10% ਰਹਿ ਗਏ ਆ। ਅੱਜ ਨੂੰ ਇਹ ਵੀ ਕੰਪਲੀਟ ਹੋ ਜਾਣੇ ਸੀ ਅੱਜ ਤੋਂ 6 ਮਹੀਨੇ ਪਹਿਲਾਂ, ਪਰ ਕਿਉਂਕਿ ਕਰੋਨਾ ਕਰਕੇ ਸਾਲ ਸਵਾ ਸਾਲ ਵਾਂਗੂ ਸਾਰੇ ਕੰਮ ਬੰਦ ਰਹੇ ਆ।
ਉਹ ਮਜਬੂਰੀ ਸੀਗੀ, ਕਿਸੇ ਦੇ ਵੱਸ ਨਹੀਂ ਸੀ। ਉਸ ਕਰਕੇ ਥੋੜ੍ਹੇ ਜਿਹੇ ਕੰਮ ਡਿਲੇ ਹੈ। ਜਿਹੜੇ ਕੋਈ ਕੰਮ 10% ਰਹਿੰਦਾ, ਕੋਈ 15% ਰਹਿੰਦਾ, ਆਉਣ ਵਾਲੇ ਮਹੀਨੇ ਡੇਢ ਮਹੀਨੇ 'ਚ ਕੰਪਲੀਟ ਹੋ ਜਾਣੇ ਹੈ। ਸੋ ਮੈਂ ਸਿਰਫ ਉਹਨਾਂ ਕੰਮਾਂ ਦੀ ਗੱਲ ਕਰ ਰਿਹਾ ਜਾਂ ਉਹਨਾਂ ਕੰਮਾਂ ਦੇ ਪੈਸਿਆਂ ਦੀ ਗੱਲ ਕਰ ਰਿਹਾ ਜਿਹੜੇ ਹੋ ਚੁੱਕੇ ਹੈ ਤੇ ਜਾਂ 10% ਰਹਿ ਗਏ ਹੋਣ ਹੈ। ਉਹ ਵੀ ਤਾਂ ਮਾੜੇ ਜਿਹੇ ਇਨਕੰਪਲੀਟ ਹੈ ਕਿਉਂਕਿ ਕਰੋਨਾ ਕਰਕੇ ਉਹ ਸਾਲ ਸਵਾ ਸਾਲ ਕੰਮ ਬੰਦ ਰਹੇ। ਸੋ ਮੈਨੂੰ ਤਸੱਲੀ ਹੈ ਐਜ਼ ਏ MLA। ਮੈਂ ਸਮਝਦਾ ਹੈ ਕਿ ਜੇ ਤੁਸੀਂ ਮੇਰੀ ਤੁਲਨਾ ਕਰੋ ਨੇੜੇ ਤੇੜੇ ਦੇ MLA ਨਾਲ, ਚਾਹੇ ਸਰਕਾਰ ਵਾਲਿਆਂ ਨਾਲ ਚਾਹੇ ਬਗੈਰ ਸਰਕਾਰ ਵਾਲਿਆਂ ਨਾਲ, ਤਾਂ ਮੈਂ ਸਮਝਦਾ ਮੈਂ ਆਪਦੇ ਹਲਕੇ ਵਾਸਤੇ ਡਟ ਕੇ ਕੰਮ ਕਰ ਸਕਿਆ ਤੇ ਵੱਡੇ ਤੋਂ ਵੱਡੇ ਪ੍ਰੋਜੈਕਟ ਜਿਹੜੇ 20-25 ਸਾਲਾਂ ਤੋਂ ਲੰਮਕ ਰਹੇ ਸੀ ਉਹ ਲੈ ਕੇ ਆਏ ਆ ਤੇ ਉਹ ਕੰਪਲੀਟ ਕੀਤੇ। ਦੇਖੋ ਲੋਕ ਕੰਮਾਂ ਨੂੰ ਯਾਦ ਰੱਖਦੇ ਨੇ। ਤੁਹਾਡੀ ਸੱਤਾ ਧਿਰ ਤੇ ਜਿਵੇਂ ਮੈਂ ਸ਼ੁਰੂ 'ਚ ਵੀ ਗੱਲ ਕੀਤੀ ਕਿ ਜ਼ਿਆਦਾ ਉਮੀਦਾਂ ਹੁੰਦੀਆਂ ਨੇ ਕਿ ਇੱਕ ਸੱਤਾ ਧਿਰ ਹੈ, ਪਾਵਰ ਹੈ ਔਰ ਸਾਡੇ ਕੰਮ ਜ਼ਿਆਦਾ ਹੋਣ। ਪੰਚਾਇਤਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ, ਬਹੁਤ ਸਾਰੇ ਪਿੰਡ ਨੇ ਫਰੀਦਕੋਟ ਦੇ ਵਿੱਚ। ਪੰਚਾਇਤਾਂ ਕੀ ਤੁਸੀਂ ਉਸ ਤਰੀਕੇ ਦੇ ਨਾਲ, ਕਿਉਂ ਪਿੰਡ ਵਾਈਜ਼ ਜੇਕਰ ਆਪਾਂ ਗੱਲ ਕਰੀਏ ਬਹੁਤ ਜ਼ਰੂਰੀ ਹੁੰਦਾ ਕਿ ਪਿੰਡਾਂ ਦੇ ਵਿੱਚ ਜ਼ਿਆਦਾ ਉਹ ਹੋਵੇ, ਤਾਂ ਪਿੰਡ ਵਾਈਜ਼ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੇ ਜਿਸ ਤਰੀਕੇ ਦੇ ਨਾਲ ਤੁਹਾਡੇ ਤੱਕ ਉਮੀਦਾਂ ਸੀ ਤੁਸੀਂ ਉਹ ਕਰ ਸਕੇ? ਮੈਂ ਸਮਝਦਾ ਜੀ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਰੀ ਸਾਰੀ ਟੀਮ ਹੈ ਸਰਪੰਚਾਂ ਦੀ, ਪੰਚਾਇਤਾਂ ਦੀ, ਸ਼ਹਿਰ ਦੇ MCਆਂ ਦੀ, ਸਾਡੀ ਜਿਹੜੀ ਕਾਂਗਰਸ ਦੀ ਟੀਮ ਹੈ, ਮੈਂ ਉਹਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾਇਆ ਤੇ ਅਸੀਂ ਬਹੁਤ ਵਧੀਆ ਡਿਵੈਲਪਮੈਂਟ ਕਰ ਸਕੇ ਹਾਂ ਫਰੀਦਕੋਟ ਹਲਕੇ ਦੀ। ਮੈਂ ਸਮਝਦਾ ਹਾਂ ਕਿ ਸਾਡੇ ਪਿੰਡਾਂ ਵਿੱਚ ਜਿਹੜੀਆਂ ਜ਼ਰੂਰੀ ਮੰਗਾਂ ਸੀ, ਖਾਸ ਕਰਕੇ ਇੱਕ ਬਹੁਤ ਵੱਡੀਆਂ ਲੋੜ ਸੀਗੀ ਪਿਛਲੇ ਸਮੇਂ 'ਚ ਜਿਹੜੀ ਸਾਹਮਣੇ ਆ ਰਹੀ ਸੀ, ਉਹ ਸੀਗੀ ਪਾਣੀ ਦੇ ਨਿਕਾਸ ਦੀ। ਬੜੇ ਪਿੰਡਾਂ ਵਿੱਚ ਉਹ ਬੜੇ ਵੱਡੇ ਪ੍ਰੋਜੈਕਟ ਸੀ, ਕਿਤੇ 25 ਲੱਖ ਲੱਗਦਾ ਸੀ, ਕਿਤੇ 40 ਲੱਖ ਲੱਗਦਾ ਸੀ, ਕਿਤੇ 50 ਲੱਖ ਖਰਚ ਆਉਂਦਾ ਸੀ। ਅਸੀਂ ਉਹ ਕਰ ਸਕੇ ਹਾਂ ਤੇ ਉਹਨੂੰ ਅਸੀਂ ਬੜੇ ਵਧੀਆ ਤਰੀਕੇ ਨਾਲ ਮੁਕੰਮਲ ਕੀਤਾ। ਫਿਰ ਸਾਡੇ ਬੜੀ ਵੱਡੀ ਇੱਕ ਮੰਗ ਸੀ ਪਿੰਡਾਂ ਦੀ ਸਿੰਚਾਈ ਵਾਸਤੇ, ਇਰੀਗੇਸ਼ਨ ਵਾਸਤੇ ਅੰਡਰਗਰਾਊਂਡ ਪਾਈਪਲਾਈਨ। ਉਹਦੇ ਵਾਸਤੇ ਵੀ ਅਸੀਂ ਜਿਹੜੇ ਵੱਡੇ ਮੋਗੇ ਸੀ ਪਿੰਡਾਂ ਦੇ ਕਿਸਾਨਾਂ ਵਾਸਤੇ, ਅਸੀਂ ਕਾਫੀ ਪਿੰਡਾਂ ਵਿੱਚ ਉਹ ਪਾਈਪਲਾਈਨਾਂ ਵਿਛਾਈਆਂ। ਕਰੀਬਨ ਫਰੀਦਕੋਟ ਹਲਕੇ 'ਚ ਮੈਂ ਸਮਝਦਾ ਬਾਹਲਾ ਨਹੀਂ ਤਾਂ 35 ਤੋਂ 40 ਕਰੋੜ ਰੁਪਏ ਦੀਆਂ ਪਾਈਪਲਾਈਨਾਂ ਪਿੰਡਾਂ 'ਚ ਕਿਸਾਨਾਂ ਦੇ ਫਾਇਦੇ ਵਾਸਤੇ ਅਸੀਂ ਲਾਈਆਂ। ਉਵੇਂ ਹੀ ਪਿੰਡਾਂ ਵਿੱਚ ਨੌਜਵਾਨਾਂ ਵਾਸਤੇ ਬਹੁਤ ਸੋਹਣੇ ਪਾਰਕ ਬਣੇ ਆ। ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਤੁਸੀਂ ਮੇਰੇ ਹਲਕੇ 'ਚ ਪਿੰਡਾਂ 'ਚ ਗੇੜਾ ਮਾਰ ਕੇ ਦੇਖੋ, ਤੁਸੀਂ ਜਾ ਕੇ ਪਾਰਕ ਦੇਖੋ। ਇਹੋ ਜਿਹੇ ਪਾਰਕ ਤੁਹਾਨੂੰ ਵੱਡੇ ਸ਼ਹਿਰਾਂ 'ਚ ਮਿਲਣਗੇ, ਚੰਡੀਗੜ੍ਹ 'ਚ ਮਿਲਣਗੇ, ਜਿਹੋ ਜਿਹੇ ਅਸੀਂ ਹੁਣ ਪਿੰਡਾਂ 'ਚ ਤਿਆਰ ਕੀਤੇ ਆ ਬੱਚਿਆਂ ਦੇ ਖੇਡਣ ਵਾਸਤੇ, ਬਜ਼ੁਰਗਾਂ ਦੇ ਸੈਰ ਕਰਨ ਵਾਸਤੇ। ਇੱਥੋਂ ਤਾਂ ਹੀ ਕਈ ਪਿੰਡਾਂ 'ਚ ਤਾਂ ਅਸੀਂ ਝੀਲ ਬਣਾ ਕੇ ਵੀ ਪਾਰਕਾਂ ਵਿੱਚ ਕਿਸ਼ਤੀਆਂ ਵੀ ਸਾਡੇ ਚੱਲ ਰਹੀਆਂ। ਸੋ ਬੱਚੇ ਬਜ਼ੁਰਗ ਇੰਜੋਏ ਕਰਦੇ ਆ। ਸ਼ਾਮ ਨੂੰ ਜਦੋਂ ਸੈਰ ਕਰਦੇ ਆ ਉਦੋਂ ਕੀਰਤਨ ਚੱਲਦਾ। ਸੋ ਤੁਸੀਂ ਜਾ ਕੇ ਦੇਖੋ, ਆਪ ਮੂੰਹੋਂ ਬੋਲਦੀਆਂ ਤਸਵੀਰਾਂ ਤੁਹਾਨੂੰ ਪਤਾ ਲੱਗੇਗਾ। ਫਿਰ ਪਿੰਡਾਂ ਵਿੱਚ ਅਸੀਂ ਐਤਕੀ ਇੰਟਰਲੌਕ ਟਾਈਲਾਂ ਦੀਆਂ ਗਲੀਆਂ ਸ਼ੁਰੂ ਕੀਤੀਆਂ ਤਾਂ ਕਿ ਐਂ ਲੱਗੇ ਕਿ ਇਹ ਜਿਹੜੀਆਂ ਗਲੀਆਂ ਕਿਸੇ ਸ਼ਹਿਰ ਦੀਆਂ ਗਲੀਆਂ ਨਾਲੋਂ ਘੱਟ ਨਹੀਂ ਗਈਆਂ। ਸੋ ਜਾ ਕੇ ਦੇਖੋ ਕਿੱਡੀਆਂ ਸੋਹਣੀਆਂ ਗਲੀਆਂ ਨਾਲੀਆਂ ਬਣੀਆਂ ਹੋਈਆਂ, ਕਿੱਡਾ ਸੋਹਣਾ ਕੰਮ ਹੋਇਆ ਪਿੰਡਾਂ ਵਿੱਚ, ਤੁਹਾਨੂੰ ਆਪ ਖੁਸ਼ੀ ਹੋਏਗੀ। ਠੀਕ ਹੈ ਢਿੱਲੋਂ ਸਾਹਿਬ, ਬਹੁਤ ਜ਼ਰੂਰੀ ਹੈ ਕਿ ਗਲੀਆਂ ਨਾਲੀਆਂ ਪੱਕੀਆਂ ਹੋਣ ਜਾਂ ਇਸ ਤਰ੍ਹਾਂ ਦੇ ਕੰਮ ਹੋਣ। ਠੀਕ ਹੈ, ਬਹੁਤ ਚੰਗਾ ਟਰੈਂਡ ਚੱਲਿਆ ਕਿ ਪਿੰਡਾਂ ਦੇ ਵਿੱਚ ਛੱਪੜਾਂ ਦੀ ਸਾਫ਼ ਸਫਾਈ ਕਰਕੇ ਉਹਨਾਂ ਦੇ ਆਲੇ ਦੁਆਲੇ ਸੋਹਣਾ ਇੱਕ ਸੈਰਗਾਹ ਬਣਾਇਆ ਜਾਂਦਾ ਹੈ। ਪਰ ਲੋਕ, ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਲੋਕ ਕਹਿੰਦੇ ਕਿ ਇਹ ਕੰਮ ਪਹਿਲਾਂ ਸਮਾਪਤ ਹੋ ਜਾਣੇ ਚਾਹੀਦੇ ਸੀ, ਖਤਮ ਹੋ ਜਾਣੇ ਚਾਹੀਦੇ ਸੀ। ਲੋਕ ਖੁਸ਼ ਨਹੀਂ, ਕਹਿੰਦੇ ਇੰਟਰਲੌਕ ਟਾਈਲ ਲਾਉਣਾ ਇਹ ਤਾਂ ਕੰਮ ਪਿਛਲੇ 70-75 ਸਾਲ ਤੋਂ ਚੱਲਦੇ ਆ ਰਹੇ ਆ, ਇਹ ਤੋਂ ਬਿਨਾਂ ਵੀ ਕੰਮ ਹੋਣੇ ਚਾਹੀਦੇ ਸੀ। ਕਹਿੰਦੇ ਕਦੋਂ ਤੱਕ ਗਲੀਆਂ ਨਾਲੀਆਂ ਦੇ ਚੱਕਰਾਂ 'ਚ ਅਸੀਂ ਫਸਦੇ। ਸਮਝਦਾ ਜੀ ਕਿ ਲੋਕਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਸਮਝਦਾ ਕਿ ਜਿਹੋ ਜਿਹਾ ਅਸੀਂ ਗੰਦ ਕੱਢਿਆ, ਪਹਿਲੀ ਗੱਲ ਤਾਂ ਮੈਂ ਭਾਈ ਸਾਹਿਬ ਕਹਿਣਾ ਚਾਹੁੰਦਾ ਕਿ ਜਿਹੜੀ ਇੰਟਰਲੌਕ ਟਾਈਲ ਹੈ ਇਹਦਾ ਟ੍ਰੈਂਡ ਪਿਛਲੇ 7-8 ਸਾਲਾਂ ਤੋਂ ਹੀ ਆਇਆ ਜੀ। ਤੋ ਇਹ ਮੇਰੇ ਖਿਆਲ ਨਾਲ ਪਹਿਲਾ ਇਹ ਸਰਕਾਰ ਹੈ ਜਾਂ ਪਹਿਲੇ 5 ਸਾਲ ਹੈ ਜਿਨ੍ਹਾਂ ਵਿੱਚ ਇੰਟਰਲੌਕ ਦੀਆਂ ਟਾਈਲਾਂ ਵਾਲੀਆਂ ਗਲੀਆਂ ਪਿੰਡਾਂ 'ਚ ਬਣਨ ਲੱਗੀਆਂ। ਪਹਿਲਾਂ ਇਕੱਲੀਆਂ ਇੱਟਾਂ ਵਾਲੀਆਂ ਬਣਦੀਆਂ ਸੀ। ਸੋ ਇਹ ਸਾਡੀ, ਮੈਂ ਸਮਝਦਾ, ਕਾਢ ਹੈ, ਸਾਡੀ ਸ਼ੁਰੂਆਤ ਹੈ। ਸੋ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਅਸੀਂ ਏਡੀਆਂ ਵਧੀਆ ਗਲੀਆਂ ਬਣਾਈਆਂ, ਸ਼ਹਿਰਾਂ ਵਾਲੀਆਂ ਬਣਾਈਆਂ। ਬਾਕੀ ਕੰਮ ਸਾਰੇ ਮੁੱਕ ਨਹੀਂ ਸਕਦੇ ਜੀ, ਨਾ ਕਦੀ ਜ਼ਿੰਦਗੀ 'ਚ ਮੁੱਕਣੇ ਹੈ। ਤੇ ਪਰ ਮੈਂ ਸਮਝਦਾ ਕਿ ਜਿੰਨੀ ਪਿੰਡਾਂ ਵਿੱਚ ਐਤਕੀ ਡਿਵੈਲਪਮੈਂਟ ਹੋਈ ਹੈ ਕਦੀ ਨਹੀਂ ਹੋਈ। ਜਾ ਕੇ ਸਕੂਲ ਦੇਖੋ, ਜਿਹੜੇ ਜ਼ਰੂਰੀ ਅੰਗ ਹੈ
ਪਿੰਡਾਂ ਦਾ ਜਾਂ ਸ਼ਹਿਰ ਦਾ। ਸਕੂਲਾਂ ਦੀਆਂ ਸ਼ਕਲਾਂ ਦੇਖੋ ਜਾ ਕੇ, ਸਕੂਲਾਂ ਦੇ ਅੰਦਰ ਜਾ ਕੇ ਉਹਨਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ, ਉਹ ਜਾ ਕੇ ਦੇਖੋ। ਸਕੂਲਾਂ ਦੇ ਅੰਦਰ ਜੋ ਵਾਤਾਵਰਨ ਅਸੀਂ ਪੈਦਾ ਕੀਤਾ ਉਹ ਜਾ ਕੇ ਦੇਖੋ। ਸੋ ਮੈਂ ਸਮਝਦਾ ਕਿ ਅਸੀਂ ਪਿੰਡਾਂ ਨੂੰ ਸ਼ਹਿਰਾਂ ਦੇ ਮੁਕਾਬਲੇ ਲਿਆਂਦਾ ਗਿਆ ਤੇ ਵੱਧ ਤੋਂ ਵੱਧ ਜਿੰਨੀਆਂ ਵੀ ਹੈ ਅਸੀਂ ਜਿਹੜੀਆਂ ਇਹ ਹੈਗੀਆਂ ਬਦਲ ਦੀ ਕੋਸ਼ਿਸ਼ ਕੀਤੀ ਹੈ। ਇਹ ਜਿਹੜਾ ਪਿੰਡਾਂ ਦੀ ਸ਼ਕਲ ਹੈ ਉਹ ਸ਼ਹਿਰਾਂ ਦੀ ਤਰਜ਼ ਤੇ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤੇ ਹਰੇਕ ਪਾਸਿਓਂ ਪਿੰਡਾਂ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ। ਚਲੋ ਸਾਹਿਬ, ਅਸੀਂ ਲਗਭਗ 20 ਤੋਂ 25 ਹਲਕਿਆਂ ਦੇ ਵਿੱਚ ਗਏ ਹਾਂ। ਆਮ ਲੋਕਾਂ ਨਾਲ ਜਦੋਂ ਗੱਲਬਾਤ ਕਰਦੇ ਹਾਂ, ਇੱਕ ਤੇ ਤੁਹਾਡੇ ਵੀ ਧਿਆਨ 'ਚ ਹੋਊਗੀ, ਬਹੁਤ ਵੱਡੀ ਸਮੱਸਿਆ ਸਾਡੇ ਪੰਜਾਬ ਦੀ। ਲੋਕ ਕਹਿੰਦੇ ਕਿ ਠੀਕ ਹੈ, ਜੋ ਕੰਮ ਹੋਈ ਜਾਂਦੇ ਉਹ ਹੋਣੇ ਵੀ ਚਾਹੀਦੇ ਆ, ਜਾਂ ਲੋਕਾਂ ਦੀਆਂ ਉਮੀਦਾਂ ਹੋਰ ਜ਼ਿਆਦਾ ਹੋ ਜਾਂਦੀਆਂ ਜਿਹੜੀ ਸਰਕਾਰ ਨੂੰ ਚੁਣ ਕੇ ਲੈ ਕੇ ਆਉਂਦੇ ਆ। ਪਰ ਕਹਿੰਦੇ ਜੀ ਨਸ਼ੇ ਨੂੰ ਨਹੀਂ ਠੱਲ ਪੈ ਸਕੀ। ਨਸ਼ਾ ਬਹੁਤ ਜ਼ਿਆਦਾ, ਕੋਈ ਵੀ ਬੰਦਾ ਬੋਲਦਾ ਕਹਿੰਦੇ ਤੁਸੀਂ ਦੱਸੋ ਕਿ ਤੁਹਾਨੂੰ ਚਾਹੀਦਾ ਕਿੰਨਾ ਤੇ ਕਿੱਥੋਂ ਚਾਹੀਦਾ, ਅਸੀਂ ਉੱਥੇ ਲਿਆ ਕੇ ਦੇ ਦਾਂਗੇ। ਦੇਖੋ ਇਹ ਰੁਕ ਨਹੀਂ ਪਾਇਆ, ਸਿਸਟਮ ਨਹੀਂ ਰੁਕ ਪਾਇਆ। ਦੇਖੋ ਨਹੀਂ, ਇਹ ਗੱਲ ਨਹੀਂ ਹੈ, ਅੱਗੇ ਨਾਲੋਂ ਬਹੁਤ ਇਹਦੇ ਤੇ ਸਖਤੀ ਕੀਤੀ ਗਈ ਹੈ। ਪਰ ਮੈਂ ਮੰਨਦਾ, ਦੇਖੋ ਜਿਹੜੀ ਗੱਲ ਹੈ ਕਿ ਥੋੜ੍ਹੀ ਜਿਹੀ ਇਸੇ ਕਰਕੇ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਬਦੀਲੀ ਲਿਆਂਦੀ, ਚੰਨੀ ਸਾਹਿਬ ਦੀ ਸਰਕਾਰ ਲਿਆਂਦੀ, ਕਿਉਂਕਿ 2-3 ਇਸ਼ੂਆਂ ਤੇ ਕੈਪਟਨ ਸਾਹਿਬ ਪੈਰ ਘੜੀਸ ਰਹੇ ਸੀ, ਉਹ ਕਾਰਵਾਈ ਨਹੀਂ ਕਰਨਾ ਚਾਹੁੰਦੇ ਸੀ। ਉਹਨਾਂ 'ਚੋਂ ਇੱਕ ਇਹ ਸੀ ਕਿ ਜਿਹੜੇ ਨਸ਼ੇ ਦੇ ਵੱਡੇ ਤਸਕਰ ਹੈ ਉਹਨਾਂ ਨੂੰ ਹੱਥ ਪਾ ਕੇ ਕੈਪਟਨ ਸਾਹਿਬ ਰਾਜੀ ਨਹੀਂ ਸੀ। ਠੀਕ ਹੈ, ਉਵੇਂ ਹੀ ਜਿਹੜਾ ਬੇਅਦਬੀ ਦਾ ਮਾਮਲਾ ਸੀ ਉਹਦੇ ਵਿੱਚ ਵੀ ਕੈਪਟਨ ਸਾਹਿਬ ਆਪਦੇ ਪੈਰ ਘੜੀਸ ਰਹੇ ਸੀ। ਸੋ ਮੈਂ ਸਮਝਦਾ ਇਸੇ ਕਰਕੇ ਕਾਂਗਰਸ ਪਾਰਟੀ ਨੇ ਸਭ ਕੁਝ ਦੇਖ ਕੇ ਹੀ ਤਬਦੀਲੀ ਲਿਆਂਦੀ ਹੈ। ਤੇ ਤੁਸੀਂ ਦੇਖੋ ਦੋਨੋਂ ਇਸ਼ੂਜ਼ ਤੇ ਹੁਣ ਕਿੱਡੀਆਂ ਵੱਡੀਆਂ ਕਾਰਵਾਈਆਂ ਹੋਈਆਂ। ਮੈਂ ਅੱਜ ਤੁਹਾਡੇ ਚੈਨਲ ਰਾਹੀਂ ਜਾਂ ਤੁਹਾਡੇ ਇਸ ਮੀਡੀਆ ਹਾਊਸ ਰਾਹੀਂ ਗੱਲ ਕਹਿਣਾ ਚਾਹੁੰਦਾ ਕਿ ਦੇਖੋ, ਕਹਿਣਾ ਸੌਖਾ ਹੈ, ਜੋ ਚੰਨੀ ਸਾਹਿਬ ਨੇ ਹੁਣ ਜੁਰਤ ਨਾਲ ਵੱਡੇ ਮਗਰਮੱਛਾਂ ਨੂੰ ਪਾਇਆ ਹੱਥ ਚੰਨੀ ਸਾਹਿਬ ਨੇ, ਉਹ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਕਾਰਵਾਈ ਨਹੀਂ ਹੋ ਸਕਦੀ। ਤੇ ਇੱਥੋਂ ਤੱਕ ਕਿ ਕੇਜਰੀਵਾਲ 2017 ਵਿੱਚ ਇਹਨਾਂ ਨੇ ਵੱਧ ਤੋਂ ਵੱਧ ਰੌਲਾ ਪਾਇਆ ਸੀ ਕਿ ਬਿਕਰਮ ਮਜੀਠੀਆ ਨਸ਼ੇ ਦਾ ਤਸਕਰ ਹੈ। ਕੇਜਰੀਵਾਲ ਸਾਹਿਬ ਨੇ ਕਿ ਬਿਕਰਮ ਮਜੀਠੀਆ ਨੇ ਨਸ਼ਾ ਫੈਲਾਇਆ, ਓਪਨਲੀ ਸਟੇਜਾਂ ਤੇ ਕਹਿੰਦੇ ਨੇ। ਤੇ ਫਿਰ ਉਹੀ ਕੇਜਰੀਵਾਲ ਸਾਹਿਬ ਨੇ ਗੋਡੇ ਟੇਕ ਕੇ ਬਿਕਰਮ ਮਜੀਠੀਆ ਤੋਂ ਹੱਥ ਬੰਨ੍ਹ ਕੇ ਚਿੱਠੀ ਲਿਖ ਕੇ ਮਾਫੀ ਮੰਗੀ। ਤੇ ਇਹ ਤਾਂ ਕਾਂਗਰਸ ਸਰਕਾਰ ਹੈ, ਚੰਨੀ ਸਾਹਿਬ ਹੈ ਜਿਨ੍ਹਾਂ ਨੇ ਜੁਰਤ ਕੀਤੀ। ਠੀਕ ਹੈ, ਤੇ ਤੁਸੀਂ ਦੇਖੋ ਕਾਰਵਾਈ ਕਹਿ ਰਿਹਾ ਇੱਟ ਨਾਲ ਇੱਟ ਖੜਕਾ ਦਿਆਂਗੇ ਜੇਕਰ ਗ੍ਰਿਫਤਾਰੀ ਹੁੰਦੀ ਹੈ। ਕਹਿੰਦੇ ਇਹ ਇੱਕ ਸਿਆਸੀ ਰੰਜਿਸ਼ ਚੱਲ ਰਹੀ ਹੈ ਜਿਹੜੀ ਕਾਂਗਰਸ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਐਨ ਐਂਡ ਤੇ ਆ ਕੇ ਉਹਨਾਂ ਤੇ ਪਰਚੇ ਕਰ ਦੇਣੇ ਜਾਂ ਫਿਰ ਉਹਨਾਂ ਨੂੰ ਲੁੱਕ ਆਊਟ ਨੋਟਿਸ ਜਾਰੀ ਕਰ ਦੇਣੇ। ਕਹਿੰਦੇ ਇੱਟ ਨਾਲ ਇੱਟ ਖੜਕਾ ਦਿਆਂਗੇ ਅਸੀਂ। ਗੱਲ ਸੁਣੋ, ਇੱਟ ਨਾਲ ਇੱਟ ਖੜਕਾਉਣ ਨੂੰ ਕਿਹੜਾ ਸਰਹੰਦ ਹੈ। ਗੱਲ ਇਹ ਹੈ ਕਿ ਪੰਜਾਬ ਦਾ ਬੱਚਾ ਜਾਣਦਾ ਕਿ ਜੋ ਹਾਲਾਤ ਨੇ ਪੰਜਾਬ ਦੇ ਤੇ ਕੌਣ ਇਹਦੇ ਵਾਸਤੇ ਜ਼ਿੰਮੇਵਾਰ ਹੈ। ਬੱਚੇ ਦੀ ਜ਼ੁਬਾਨ ਤੇ ਗੱਲ ਹੈ। ਤੇ ਜੋ ਕਾਰਵਾਈ ਹਾਈ ਕੋਰਟ ਨੇ ਕਹੀ, ਪਰਚਾ ਅਕਾਲੀ ਦਲ ਦੇ ਰਾਜ ਵੇਲੇ ਹੋਇਆ, ਇਹ ਜਿਹੜਾ ਪਰਚਾ ਜਿੱਤੇ ਕਾਰਵਾਈ ਹੋ ਰਹੀ ਹੈ ਉਹਦੇ ਵਿੱਚ ਜੋ ਫਾਈਂਡਿੰਗ ਸੀਗੀਆਂ, ਜਿਹੜਾ ਨਰਿੰਜਨ ਸਿੰਘ ਈਡੀ ਵਾਲਾ ਰਿਟਾਇਰ ਹੋ ਗਿਆ, ਉਹਨੇ ਅਕਾਲੀ ਦਲ ਦੇ ਰਾਜ ਵਿੱਚ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ, ਉੱਤੇ ਵੀ ਬੀਜੇਪੀ ਦੀ ਸਰਕਾਰ ਸੀ, ਇੱਥੇ ਉਹਨਾਂ ਨੇ ਅਕਾਲੀ ਦਲ ਦੇ ਰਾਜ ਵਿੱਚ ਆ ਕੇ ਕੀਤਾ, ਮਤਲਬ ਉਹਨਾਂ ਨੇ ਆਪਦੀਆਂ ਫਾਈਂਡਿੰਗਸ ਦਿੱਤੀਆਂ। ਫਿਰ ਹਾਈ ਕੋਰਟ ਨੇ ਇਹਨਾਂ ਤੇ ਵਾਪਸ ਇਨਵੈਸਟੀਗੇਸ਼ਨ ਕਰਨ ਵਾਸਤੇ ਦਿੱਤਾ। ਹਾਈ ਕੋਰਟ ਨੇ STF ਤੋਂ ਰਿਪੋਰਟ ਲਈ। ਸਭ ਕੁਝ ਤਾਂ ਅਕਾਲੀ ਦਲ ਦੀ ਸਰਕਾਰ ਵੇਲੇ, ਅਸੀਂ ਤਾਂ ਸਿਰਫ ਉਹ 'ਤੇ ਕਾਰਵਾਈ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਰਹੇ ਸੀ ਤੇ ਚੰਨੀ ਸਾਹਿਬ ਨੇ ਕਾਰਵਾਈ ਕਰਤੀ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨਜ਼ਦੀਕੀ ਰਹੇ ਹੋ, ਦੂਜਾ ਤੁਸੀਂ ਅਕਾਲੀ ਦਲ ਦਾ ਵੀ ਹਿੱਸਾ ਰਹੇ ਹੋ। ਤੁਸੀਂ ਕੀ ਇਸ ਨੂੰ ਸਭ ਨੂੰ ਠੀਕ ਮੰਨਦੇ ਹੋ? ਸੱਚੀ ਮੁੱਚੀ ਕੈਪਟਨ ਅਮਰਿੰਦਰ ਸਿੰਘ ਪੈਰ ਪਿੱਛੇ ਖਿੱਚਦੇ ਸੀ, ਨਹੀਂ ਕਾਰਵਾਈ ਕਰਨਾ ਚਾਹੁੰਦੇ ਸੀ, ਜਾਂ ਫਿਰ ਜਿਸ ਵੇਲੇ ਤੁਸੀਂ ਵੀ ਅਕਾਲੀ ਦਲ ਦਾ ਹਿੱਸਾ ਸੀਗੇ ਉਦੋਂ ਵੀ ਬਿਕਰਮ ਸਿੰਘ ਮਜੀਠੀਆ ਹੋਰਾਂ ਕੋਲੇ ਬਹੁਤ ਵੱਡੇ ਅਹੁਦੇ ਰਹੇ, ਬਹੁਤ ਵੱਡੇ ਆਗੂ ਰਹੇ ਨੇ, ਕਿ ਤੁਹਾਨੂੰ ਲੱਗਦਾ ਹੈ ਕਿ ਜੋ ਕੁਝ ਹੁਣ ਹੋ ਰਿਹਾ ਉਹ ਸੱਚੀ ਮੁੱਚੀ ਠੀਕ ਸੀ, ਤੁਸੀਂ ਪਹਿਲਾਂ ਨਹੀਂ ਕਹਿ ਸਕੇ? ਪਹਿਲੀ ਗੱਲ ਤਾਂ ਜਦੋਂ ਮੈਂ ਅਕਾਲੀ ਦਲ 'ਚ ਰਿਹਾ ਉਦੋਂ ਬਿਕਰਮਜੀਤ ਸਿੰਘ ਮਜੀਠੀਆ ਕੋਲ ਏਡੇ ਵੱਡੇ ਅਹੁਦੇ ਹੈ ਨਹੀਂ ਸੀ। ਠੀਕ ਹੈ, ਤੇ ਮੈਂ ਅਕਾਲੀ ਦਲ ਸਿਰਫ ਇਸ ਕਰਕੇ ਛੱਡਿਆ ਸੀ ਕਿਉਂਕਿ ਮੈਂ ਦੇਖ ਲਿਆ ਸੀ ਕਿ ਮੇਰੇ ਤੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਸੋਚ ਨਾਲ ਚੱਲਿਆ ਨਹੀਂ ਜਾਣਾ। ਸੋ ਇਸੇ ਕਰਕੇ ਮੈਂ ਅਕਾਲੀ ਦਲ ਛੱਡਿਆ ਸੀ। ਮੈਨੂੰ ਉਹਨਾਂ ਦੀ ਸੋਚ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨਾਲ ਮੈਨੂੰ ਪਤਾ ਸੀ ਕਿ ਮੇਰੇ ਤੋਂ ਇੰਨਾ ਚੱਲਿਆ ਨਹੀਂ ਜਾਣਾ, ਇਸ ਕਰਕੇ ਮੈਂ ਅਕਾਲੀ ਦਲ ਛੱਡਤਾ ਸੀ। ਜਿੱਥੋਂ ਤਾਈਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੈ, ਬਿਲਕੁਲ ਮੈਂ ਉਹਨਾਂ ਦੇ ਨਜ਼ਦੀਕੀ ਰਿਹਾ, ਮੇਰਾ ਬਹੁਤ ਪਿਆਰ ਰਿਹਾ, ਹੁਣ ਵੀ ਪਿਆਰ ਹੈ। ਪਰ ਜਿਹੜੀ ਗੱਲ ਸਹੀ ਹੈ ਉਹ ਸਹੀ ਹੈ ਕਹਿਣੀ ਪਊਗੀ। ਪਤਾ ਨਹੀਂ ਕੀ ਮਜਬੂਰੀ ਸੀ,
ਪਤਾ ਨਹੀਂ ਕੀ ਕਾਰਨ ਸੀ, ਪਰ ਕੈਪਟਨ ਸਾਹਿਬ ਇਹ ਜਿਹੜੇ 2-3 ਇਸ਼ੂ ਹੈ ਇਹਨਾਂ ਤੇ ਕਾਰਵਾਈ ਕਰਕੇ ਰਾਜੀ ਨਹੀਂ ਸੀ, ਜਿਨ੍ਹਾਂ ਕਰਕੇ ਕਾਂਗਰਸ ਪਾਰਟੀ ਨੂੰ ਤਬਦੀਲੀ ਲਿਆਂਦੀ ਬਈ ਜਿਹੜੀ ਗੱਲ ਸੱਚ ਹੈ ਉਹ ਸੱਚ ਹੈ, ਉਹਨੂੰ ਮੈਂ ਕਿਵੇਂ ਡਿਨਾਈ ਕਰ ਸਕਦਾ। ਸੋ ਇਸੇ ਕਰਕੇ ਤਬਦੀਲੀ ਆਉਂਦੇ ਸਾਰ ਚੰਨੀ ਸਾਹਿਬ ਨੇ ਇਹਨਾਂ ਇਸ਼ੂਜ਼ ਤੇ ਤਗੜੇ ਹੋ ਕੇ ਕਾਰਵਾਈ ਕੀਤੀ। ਹਾਲਾਂਕਿ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਇਸ ਗੱਲ ਦੀ ਚੰਨੀ ਸਾਹਿਬ ਦੀ ਸਿਫਤ ਕਰਨਾ ਚਾਹੁੰਦਾ, ਦਾਤ ਦੇਣਾ ਚਾਹੁੰਦਾ ਕਿ ਨਹੀਂ ਤਾਂ ਅਗਲਾ ਕਹਿੰਦਾ ਮੈਂ ਕੀ ਲੈਣਾ ਜੀ, ਠੀਕ ਹੈ। ਪਰ ਉਹਨਾਂ ਨੇ ਜੋ ਸਹੀ ਸੀ, ਜੋ ਲੋਕਾਂ ਦੀ ਆਵਾਜ਼ ਸੀ, ਜੋ ਇਨਕੁਆਇਰੀਆਂ ਅਕਾਲੀ ਦਲ ਦੇ ਰਾਜ ਦੀਆਂ ਹੋਈਆਂ ਵੀ ਸੀ ਜਾਂ ਹਾਈ ਕੋਰਟ ਦੇ ਕਹਿਣ ਤੇ ਹੋਈਆਂ ਸੀ, ਉਹਨਾਂ ਤੇ ਜੋ ਬਣਦੀ ਕਾਰਵਾਈ ਸੀ ਉਹਨਾਂ ਨੇ ਡਟ ਕੇ ਕੀਤੀ, ਉਹੀ ਕੰਸੀਡਰ ਕੀਤਾ। ਬਿਲਕੁਲ ਉਹੀ ਕੰਸੀਡਰ ਕੀਤਾ, ਡਟ ਕੇ ਉਹ ਤੇ ਕਾਰਵਾਈ ਕੀਤੀ। ਜਾਂ ਤਾਂ ਦੇਖੋ ਉਹਦੇ ਵਿੱਚ ਅਕਾਲੀ ਦਲ ਵੇਲੇ ਦਾ ਪਰਚਾ, ਅਕਾਲੀ ਦਲ ਵੇਲੇ ਦੀ ਸਾਰੀ ਇਨਵੈਸਟੀਗੇਸ਼ਨ ਹੈ। ਈਡੀ ਦੀ ਵੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਕਾਲੀ ਦਲ ਦੇ ਰਾਜ ਵੇਲੇ ਦੀ ਹੈ, ਜਦੋਂ ਅਕਾਲੀ ਦਲ ਬੀਜੇਪੀ ਇਕੱਠੇ ਸੀ, ਠੀਕ ਹੈ। ਉੱਤੇ ਵੀ ਬੀਜੇਪੀ ਦਾ ਰਾਜ ਸੀ, ਸਾਡੀਆਂ ਤਾਂ ਸਰਕਾਰਾਂ ਹੈ ਨਹੀਂ ਸੀ, ਉਦੋਂ ਦੀ ਈਡੀ ਦੀ ਨਿਰੰਜਨ ਸਿੰਘ ਦੀ ਰਿਪੋਰਟ ਹੈ। ਫਿਰ ਹਾਈ ਕੋਰਟ ਗਈ ਗੱਲ, ਹਾਈ ਕੋਰਟ ਨੇ ਕਿਉਂਕਿ ਜਿਹੜਾ ਇਹਦੇ ਵਿੱਚ ਮੇਨ ਗੁਨਾਹਗਾਰ ਸੀ ਭੋਲਾ, ਉਹਨੇ ਤੁਹਾਨੂੰ ਯਾਦ ਹੋਣਾ ਮੋਹਾਲੀ ਕੋਰਟ 'ਚ ਪੇਸ਼ ਹੋਣ ਲੱਗੇ ਬਾਹਰ ਪ੍ਰੈਸ ਨੂੰ ਕਿਹਾ ਸੀ ਕਿ ਮੇਰਾ ਕੀ ਕਸੂਰ ਹੈ, ਕਸੂਰ ਤਾਂ ਸਾਰਾ ਬਿਕਰਮ ਮਜੀਠੀਏ ਦਾ। ਸੋ ਉਹਦੇ ਤੇ ਹਾਈ ਕੋਰਟ ਨੇ ਫਿਰ ਇਨਕੁਆਇਰੀ ਮਾਰਕ ਕੀਤੀ, STF ਨੂੰ ਦਿੱਤੀ, ਜਿਹੜੀ STF ਦੀ ਰਿਪੋਰਟ ਹਾਈ ਕੋਰਟ 'ਚ ਗਈ। ਹੁਣ ਹਾਈ ਕੋਰਟ ਨੇ ਕਿਹਾ ਪ੍ਰੋਸੀਡ ਕਰੋ, ਤੇ ਅਸੀਂ ਤਾਂ ਉਹਦੇ ਤੇ ਕਾਰਵਾਈ ਕੀਤੀ, ਅਸੀਂ ਤਾਂ ਕੁਝ ਵੀ ਨਹੀਂ ਕੀਤਾ। ਪਰ ਇਹ ਹੈ ਕਿ ਸਾਡੀਆਂ ਲੱਤਾਂ ਜਾਨ ਸੀ ਚੰਨੀ ਸਾਹਿਬ ਦੀ ਤੇ ਕਾਂਗਰਸ ਸਰਕਾਰ ਦੀ, ਜੋ ਬਣਦੀ ਕਾਰਵਾਈ ਹੈ ਕਿਸੇ ਵੀ ਉਹਨਾਂ ਨੇ ਝੇਪ ਥੱਲੇ, ਕਿਸੇ ਵੀ ਡਰ ਥੱਲੇ ਉਹਨੂੰ ਮਤਲਬ ਪੈਂਡਿੰਗ ਨਹੀਂ ਰੱਖਿਆ, ਜੋ ਬਣਦੀ ਕਾਰਵਾਈ ਸੀ ਉਹ ਕਰ ਦਿੱਤੀ। ਢਿੱਲੋਂ ਸਾਹਿਬ, ਆਖਰ ਤੇ ਤੁਹਾਡੇ ਫਰੀਦਕੋਟ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਰਹੇ ਹੋ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਔਰ ਇੱਥੋਂ ਫਰੀਦਕੋਟ ਤੋਂ ਹੀ ਤੁਹਾਡੇ ਲੀਡਰ ਨੇ, ਕਾਂਗਰਸ ਦੇ ਲੀਡਰ ਰਹੇ ਔਰ ਕੈਪਟਨ ਅਮਰਿੰਦਰ ਸਿੰਘ ਦੇ OSD ਵੀ ਰਹੇ ਨੇ ਸੰਨੀ ਬਰਾੜ, ਸੰਦੀਪ ਸਿੰਘ ਸੰਨੀ ਬਰਾੜ। ਹੁਣ ਉਹ ਕਿਤੇ ਨਾ ਕਿਤੇ ਤੁਹਾਡੇ ਵਿਰੋਧੀ ਬਣਨਗੇ, ਉਹੀ ਵੋਟ ਉਹੀ ਸਾਰਾ ਕੁਝ। ਫਿਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੂੰ ਤੁਸੀਂ ਹਰਾ ਕੇ ਵਿਧਾਨ ਸਭਾ ਦੇ ਵਿੱਚ ਗਏ 2017 ਦੇ ਵਿੱਚ, ਪਰਮਬੰਸ ਸਿੰਘ, ਬੰਟੀ ਰਮਾਣਾ, ਇਸੇ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ। ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਆਪਣਿਆਂ ਨਾਲ ਹੀ ਮੁਕਾਬਲਾ ਜਾਂ ਦੂਜਿਆਂ ਦੇ ਨਾਲ ਮੁਕਾਬਲਾ ਤੁਹਾਡਾ ਫਰੀਦਕੋਟ? ਦੇਖੋ ਮੇਰਾ ਜਾਂ ਕੁਝ ਤੁਹਾਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਕੁਝ ਦਿੱਕਤਾਂ ਆ ਸਕਦੀਆਂ ਜਾਂ ਮਿਹਨਤ ਵੱਧ ਕਰਨੀ ਪੈ ਸਕਦੀ? ਦੇਖੋ ਮੇਰਾ ਮੁਕਾਬਲਾ ਕਿਸੇ ਨਾਲ ਨਹੀਂ, ਮੇਰਾ ਮੁਕਾਬਲਾ ਮੇਰੇ ਨਾਲ ਹੀ ਜੀ। ਮੈਂ ਤਾਂ ਇੱਕ ਗੱਲ ਕਹਿਣਾ ਕਿ ਮੈਂ ਇਮਾਨਦਾਰੀ ਨਾਲ, ਡਟ ਕੇ ਤੇ ਮਿਹਨਤ ਨਾਲ ਹਲਕੇ ਦੇ ਕੰਮ ਕੀਤੇ ਆ ਜੀ। ਮੇਰੇ ਕੰਮ ਮੂੰਹੋਂ ਬੋਲਦੇ ਆ, ਪਿੰਡਾਂ 'ਚ ਵੀ ਸ਼ਹਿਰ ਵਿੱਚ ਵੀ ਉਹ ਕੰਮ ਕੀਤੇ ਆ ਜਿਹੜੇ 25-30 ਸਾਲਾਂ ਤੋਂ ਲਮਕ ਰਹੇ ਸੀ, ਜਿਹੜੇ ਸੁਖਬੀਰ ਸਿੰਘ ਬਾਦਲ ਆਲ ਪਾਵਰਫੁਲ ਸੀ ਉਹਨਾਂ ਤੋਂ ਨਹੀਂ ਹੋਏ। ਉਹਨਾਂ ਕੰਮਾਂ ਦੇ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਨੇ 2-3 ਵਾਰੀ ਰੱਖੇ, ਪਰ ਉਹਨਾਂ ਤੋਂ ਨਹੀਂ ਹੋਏ। ਉਹ ਸਾਰੇ ਕੰਮ ਮੈਂ ਕਰ ਦਿੱਤੇ। ਸੋ ਜਿੰਨਾ ਮੈਂ ਪੈਸਾ ਲਿਆਂਦਾ ਉਹਨਾਂ ਪਿਛਲੇ 20-25 ਸਾਲਾਂ 'ਚ ਨਹੀਂ ਆਇਆ। ਐਜ਼ ਅ MLA ਮੈਂ ਸਮਝਦਾ ਕਿ ਮੈਂ ਡਟ ਕੇ ਹਿੰਮਤ ਨਾਲ ਲੋਕਾਂ ਦੀ ਸੇਵਾ ਕੀਤੀ ਹੈ, ਕੰਮ ਕੀਤੇ ਹੈ। ਸੋ ਮੈਂ ਤਾਂ ਫਰੀਦਕੋਟ ਦੀ ਜਨਤਾ ਨੂੰ ਇਹ ਕਹਾਂਗਾ ਕਿ ਜੇ ਤਾਂ ਮੈਂ ਤਗੜੇ ਹੋ ਕੇ ਕੰਮ ਕੀਤੇ ਤੇ ਉਹ ਕੰਮ ਕੀਤੇ ਆ ਜਿਹੜੇ ਵਿਹਰੇ ਵੇ ਸੀ ਤੇ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ, ਤੇ ਜਿਹੜੀ ਲੋੜ ਸੀ ਫਰੀਦਕੋਟ ਇਲਾਕੇ ਦੀ ਤੇ ਫਰੀਦਕੋਟ ਸ਼ਹਿਰ ਦੀ, ਤੇ ਆਉਣ ਵਾਲੇ 30-40 ਸਾਲਾਂ ਵਾਸਤੇ ਉਹਨਾਂ ਦਾ ਫਾਇਦਾ ਹੈ ਸਾਨੂੰ ਤੇ ਸਾਡੀਆਂ ਆਉਣ ਵਾਲੀਆਂ ਜਿਹੜੇ ਬੱਚੇ ਆ ਉਹਨਾਂ ਨੂੰ। ਤਾਂ ਜ਼ਰੂਰ ਮੇਰਾ ਤਗੜੇ ਹੋ ਕੇ ਸਾਥ ਦਿਓ ਤੇ ਮੇਰੇ ਕੰਮਾਂ ਤੇ ਮੋਹਰ ਲਾਓ ਤੇ ਮੇਰੀ ਮਦਦ ਕਰੋ, ਤੇ ਨਹੀਂ ਤਾਂ ਜੋ ਜਨਤਾ ਉਹਦਾ ਫੈਸਲਾ ਸਿਰ ਮੱਥੇ ਹੈ। ਸੋ ਮੇਰਾ ਮੁਕਾਬਲਾ ਇਹਨਾਂ ਨਾਲ ਨਹੀਂ, ਕਿਉਂਕਿ ਇਹਨਾਂ ਨੇ ਵਿਚਾਰਿਆਂ ਨੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ। ਇਹ ਸਭ ਮੈਂ ਕਹਿਣਾ ਚਾਹਾਂਗਾ ਇਹ ਸਿਰਫ ਨਿੰਦਿਆ ਕਰਕੇ ਜਾਂ ਨੁਕਸ ਕੱਢ ਕੇ ਸਿਆਸਤ ਕਰਦੇ ਆ। ਇਹ ਸਿਰਫ ਨੈਗੇਟਿਵ ਪੋਲਿਟਿਕਸ ਵਿੱਚ ਨੈਗੇਟਿਵ ਪੋਲਿਟਿਕਸ ਨੂੰ ਵਰਤ ਕੇ ਇਹ ਵੋਟ ਲੈਣਾ ਚਾਹੁੰਦੇ ਆ। ਮੈਂ ਪੋਜ਼ਿਟਿਵ ਗੱਲ ਕਰ ਰਿਹਾ, ਮੈਂ ਆਪਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਿਹਾ। ਮੈਂ ਲੋਕਾਂ ਨੂੰ ਇਹ ਕਹਿ ਰਿਹਾ ਕਿ ਜੇ ਮੈਂ ਕੀਤਾ ਤੇ ਜਿੰਨਾ ਪੈਸਾ ਆਇਆ ਤਾਂ ਜਿੰਨਾ ਮੈਂ ਕੰਮ ਕੀਤਾ ਮੈਨੂੰ ਉਹ ਦੇਖ ਕੇ ਮੇਰੇ ਤੇ ਕਿਰਪਾ ਕਰੋ, ਤੇ ਆਉਣ ਵਾਲੇ ਸਮੇਂ 'ਚ ਮੈਂ ਇਸ ਤੋਂ ਵੀ ਵੱਧ ਤਕੜਾ ਹੋ ਕੇ ਕੰਮ ਕਰਾਂਗਾ ਤੇ ਜਿਹੜੀਆਂ ਰਹਿ ਗਏ ਮਸਲੇ ਉਹ ਵੀ ਮੈਂ ਪੂਰੇ ਕਰਕੇ ਦੇਵਾਂਗਾ। ਮੇਰਾ ਫਰੀਦਕੋਟ ਦੇ ਲੋਕਾਂ ਨਾਲ ਵਾਅਦਾ। ਅੱਗੇ ਕੀ ਕਰੋਗੇ? ਲਾਸਟ ਸਵਾਲ, ਅੱਗੇ ਕੀ ਕਰੋਗੇ, ਕੀ ਸੋਚਿਆ? ਕਿਉਂਕਿ ਬਹੁਤ ਵੱਡੀ ਜ਼ਰੂਰਤ ਹੈ ਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਹਰ ਇੱਕ ਏਰੀਏ ਦੇ ਵਿੱਚ, ਉਹਦਾ ਹੱਲ ਕਰਨ ਵਾਸਤੇ ਕੁਝ ਸੋਚਿਆ ਜਾਂ ਕੁਝ ਅੱਗੇ ਜਦੋਂ ਤੁਸੀਂ MLA ਦੁਬਾਰਾ ਬਣ ਸਕਦੇ ਹੋ ਤਾਂ ਫਿਰ ਕੀ ਕਰਨਾ ਫਰੀਦਕੋਟ ਦੇ? ਦੇਖੋ ਮੇਰੀ ਇੱਕ ਕੋਸ਼ਿਸ਼ ਹੈ ਕਿ ਮੈਨੂੰ ਤਾਕਤ ਨਹੀਂ ਮਿਲੀ। ਅਕਸਰ ਤਾਕਤ ਤਾਂ ਸਿਸਟਮ ਵਿੱਚ ਜਾਂ ਮੁੱਖ ਮੰਤਰੀ ਕੋਲ ਹੁੰਦੀ ਹੈ ਜਾਂ ਵਜ਼ੀਰ ਕੋਲ ਹੁੰਦੀ ਹੈ, ਜਿਹੜੀ ਸਹੀ ਮਾਇਨੇ 'ਚ। ਸੋ ਮੇਰੀ ਕੋਸ਼ਿਸ਼ ਹੈ
ਕਿ ਕੋਈ ਜਿਵੇਂ ਹੁਣ ਮੈਂ ਮਾਰਕਫੈਡ ਦਾ ਚੇਅਰਮੈਨ ਮੈਨੂੰ ਚੰਨੀ ਸਾਹਿਬ ਨੇ ਬਣਾਇਆ, ਮੈਂ ਮਾਰਕਫੈਡ ਦਾ ਕੋਈ ਵਧੀਆ ਪਲਾਂਟ ਜੀ ਜਾਂ ਮਾਰਕਫੈਡ ਦੀ ਕੋਈ ਵਧੀਆ ਇੰਡਸਟਰੀ ਇੱਥੇ ਲੈ ਕੇ ਆਵਾਂ ਤਾਂ ਕਿ ਸਾਡੇ ਇਲਾਕੇ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ ਤੇ ਸਾਡੇ ਇਲਾਕੇ ਦਾ ਜਿਹੜਾ ਵਪਾਰ ਹੈ ਉਹਨੂੰ ਹੁਲਾਰਾ ਮਿਲ ਸਕੇ। ਸੋ ਇਹ ਮੇਰੀ ਇੱਕ ਜ਼ਰੂਰੀ ਸੋਚ ਹੈ। ਦੂਜੀ ਇਹ ਹੈ, ਮੈਂ ਚਾਹੁੰਦਾ ਹੋਰ ਵੀ ਪਿੰਡਾਂ ਵਿੱਚ ਜਿਹੜੇ ਸਿੰਚਾਈ ਦੇ ਜਾਂ ਇਰੀਗੇਸ਼ਨ ਦੇ ਕਿਸਾਨਾਂ ਨੂੰ ਲੋੜ ਹੈ, ਉਹ ਜਿੱਥੇ ਜਿੱਥੇ ਹੋਰ ਪਾਈਪਲਾਈਨਾਂ ਦੀ ਲੋੜ ਆ ਉਹ ਪਾ ਕੇ ਦੇ ਸਕੀਏ। ਉਵੇਂ ਹੀ ਜਿਹੜੇ ਰੁਜ਼ਗਾਰ ਵਾਸਤੇ ਹੋਰ ਸਾਧਨ ਬਣਾਉਣ ਦੇ 1-2 ਪ੍ਰੋਜੈਕਟ ਮੇਰੀ ਕੋਸ਼ਿਸ਼ ਹੈ ਕਿ ਲੈ ਕੇ ਆਈਏ ਤਾਂ ਕਿ ਵੱਧ ਤੋਂ ਵੱਧ ਸਾਡੇ ਇਲਾਕੇ ਵਿੱਚ ਰੁਜ਼ਗਾਰ ਆਵੇ ਤੇ ਵਪਾਰ ਨੂੰ ਹੁਲਾਰਾ ਮਿਲੇ। ਸੋ ਇਹੀ ਸੋਚ ਹੈ ਮੇਰੀ। ਆਉਣ ਵਾਲੇ ਸਮੇਂ 'ਚ ਸ਼ਹਿਰ 'ਚ ਵੀ ਜਿਹੜੇ ਕੁਝ ਰਹਿੰਦੇ ਮਸਲੇ ਆ ਜਾਂ ਕੰਮ ਹੈ ਕਾਫੀ ਕੀਤੇ ਹੈ, ਉਹ ਵੀ ਮੇਰੀ ਕੋਸ਼ਿਸ਼ ਹੈ ਕਿ ਉਹ ਵਧੀਆ ਤਰੀਕੇ ਨਾਲ ਉਹਨਾਂ ਨੂੰ ਅਸੀਂ ਨੇਪਰੇ ਚੜ੍ਹਾ ਸਕੀਏ। ਸੋ ਮੈਂ ਸਮਝਦਾ ਦੱਬ ਕੇ ਕੰਮ ਕੀਤੇ ਹੈ ਤੇ ਪ੍ਰਮਾਤਮਾ ਨੇ ਤੇ ਲੋਕਾਂ ਨੇ ਫਿਰ ਮੌਕਾ ਦਿੱਤਾ ਤੇ ਦੱਬ ਕੇ ਇਮਾਨਦਾਰੀ ਨਾਲ ਕੰਮ ਕਰਾਂਗੇ, ਇਹੀ ਸੋਚ ਹੈ। ਬਹੁਤ ਧੰਨਵਾਦ ਢਿੱਲੋਂ ਸਾਹਿਬ, ਮਿਹਰਬਾਨੀ। ਤਾਂ ਇਹ ਸਨ ਸਾਡੇ ਨਾਲ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ, ਫਰੀਦਕੋਟ ਦੇ ਸਿਟਿੰਗ ਵਿਧਾਇਕ ਹੈ ਔਰ ਉਹਨਾਂ ਦਾ ਦਾਅਵਾ ਹੈ ਕਿ ਜਿੰਨੇ ਕੰਮ ਉਹਨਾਂ ਨੇ ਕੀਤੇ ਨੇ ਫਰੀਦਕੋਟ ਦੇ ਵਿੱਚ ਅੱਜ ਤੱਕ ਕੋਈ ਵੀ ਸਰਕਾਰ ਜਾਂ ਕੋਈ ਵੀ MLA ਨਹੀਂ ਕਰਵਾ ਪਾਇਆ। ਫੈਸਲਾ ਫਰੀਦਕੋਟ ਦੇ ਵੋਟਰਾਂ ਦੇ ਹੱਥ ਵਿੱਚ ਹੈ, ਲੋਕਾਂ ਦੇ ਹੱਥ ਵਿੱਚ ਹੈ। ਦੇਖਣਾ ਹੋਏਗਾ ਕਿ ਜਿੱਤ ਦਾ ਸਿਹਰਾ ਕਿਹਦੇ ਸਿਰ ਬੰਨ੍ਹਦੇ ਨੇ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਫਰੀਦਕੋਟ।